डंडौत बंदन अनेक बार, सर्ब कला समरथ। डोलन तेरा खौ प्रभु, नानक दे कर हथ। ज्ञान अंजन गुर दिया, अज्ञान अंधेर विनाश। हर कृपा ते संत भेटिया, नानक मन परगास। याही कुल ते प्रगट होए, ताही कुल को नाम। पुन द्वादश गुरिंद को, मेरी है प्रणाम। परम सत्कारयोग सतगुरु जी दे पावन पवित्र दरबार विच बैठी हुई साध संगत जियो, अपनियां मन बिरतियां नूं एकागर करन दे लई, रसना नूं पवित्र करन लई एक वारी सारे ही रल के आखिए, धन श्री सतगुरु जगजीत सिंह सच्चे पातशाह। सतगुरु रामदास सच्चे पातशाह जी दा पावन पवित्र इतिहास साहब जी श्रवण कर रहे थे। कल पिछले अध्याय की समाप्ति हुई है। अज एक नवे अध्याय का प्रारंभ ग्रंथाकार भाई संतोख सिंह जी ने एक दोहरे दे नाल इस तरह किया। पर इस इतिहास दे विच ग्रंथाकार भाई संतोख सिंह जी उस समय का बयान कर रहे हैं जदों कि सतगुरु अमरदास सच्चे पातशाह जी बे करके मातलोक दे विच सन और उन्होंने किस तरीके दे नाल ਅੰਮ੍ਰਿਤਸਰ रचन का हुक्म दिता सतगुरु रामदास सच्चे पातशाह जी। आदिक आमदन मामला, सब ग्रामण की जान। अमरदास सिर सतगुरु, हृदय विचारन ठान। ग्रंथाकार भाई संतोख सिंह जी लिखते हैं कि ਜਿਹੜੇ अकबर ने पिंडां ਦੀ जगीर ਦਿੱਤੀ ਹੋਈ ਸੀ सतगुरु अमरदास सच्चे पातशाह जी ਨੂੰ, ਉਹਨਾਂ ਪਿੰਡਾਂ ਦੀ जगीर ਦੀ ਜਿਹੜੀ ਆਮਦਨ ਸੀ ਉਹ ਬਹੁਤ ਜ਼ਿਆਦਾ ਹੋ ਗਈ। सतगुरु अमरदास सच्चे पातशाह जी ने फिर ਵਧਦੀ ਹੋਈ ਆਮਦਨ ਨੂੰ ਜਾਣ ਕੇ ਇੱਕ ਵਿਚਾਰ ਕੀਤਾ। ਭਾਈ ਬਾਪ ਕਾ ਪੂਰਨ ਆਬੈ, पारी उपकार चितवत तबै। सतगुरु अमरदास सच्चे पातशाह जी ने सोचा कि परोपकार दे वास्ते जिहड़ी बौली है वो असीं गोइंदवाल दे विच बना दित्ती। तीरथ प्रगटै पावन कोई, सब संगत जह मज्जन होई। पर सतगुरु अमरदास सच्चे पातशाह जी ने विचार किया है कि कोई होर भी इस वर्गा जिहड़ा पवित्र तीर्थ है वो प्रगट करना चाहिए, जिस तीर्थ दे विच जाके साध संगत इशनान करे ते फल लवे। अह बाप का गोइंदवाल, रामदास हित करत संभाल। ग्रंथाकार भाई संतोख सिंह जी लिखते हैं सतगुरु अमरदास सच्चे पातशाह जी ने कृपा करके गोइंदवाल दे विच बौली बनाई। रामदास हित करत संभाल, पर सतगुरु रामदास सच्चे पातशाह जी की संभाल करते हैं। कहण तो भाव यह है कि श्री गुरु अमरदास जी सोचते हैं श्री रामदास जी कित्थे जाके वसन, कित्थे टिकण। श्री गुरु नानक जथा बनायो, आप अछत सब बिद समझायो। कवि जी लिखते हैं सतगुरु नानक देव सच्चे पातशाह जी ने करतारपुर नगरी नूं वसाया सी। आप अछत सब बिद समझायो, पर सतगुरु नानक देव सच्चे पातशाह जी ने
ਆਪਣੇ ਸਰੀਰ ਦੇ ਰਹਿੰਦਿਆਂ ਹੀ ਆਪਣੇ ਦਾਸ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਮਝਾਇਆ ਸੀ। ਗਾਦੀ ਦੇ ਕਰ ਪੁਰ ਕਰਤਾਰ, ਦੀਨ ਬਸਾਏ ਖਡੂਰ ਮਝਾਰ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਦੇ ਵਿੱਚ ਰਹਿੰਦੇ ਸਨ। ਉੱਥੇ ਹੀ ਬਹੁਤ ਚਿਰ ਤੱਕ ਲਹਿਣੇ ਦੇ ਰੂਪ ਦੇ ਵਿੱਚ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਸੇਵਾ ਕੀਤੀ। ਪਰ ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਰੀਰ ਤਿਆਗਣਾ ਸੀ, ਉਸ ਤੋਂ ਪਹਿਲਾਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ ਆਪਣੇ ਦਾਸ ਲਹਿਣੇ ਨੂੰ, ਭਾਵ ਕੇ ਸਤਿਗੁਰੂ ਅੰਗਦ ਨੂੰ, ਕਿ ਤੂੰ ਹੁਣ ਕਰਤਾਰਪੁਰ ਨੂੰ ਛੱਡ ਦੇ ਤੇ ਖਡੂਰ ਚਲਿਆ ਜਾ। ਇਸ ਤਰੀਕੇ ਦੇ ਨਾਲ ਕਰਤਾਰਪੁਰ ਨੂੰ ਛੱਡ ਕੇ ਸਤਿਗੁਰਾਂ ਦੇ ਸਰੀਰ ਦੇ ਹੁੰਦਿਆਂ ਹੀ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਖਡੂਰ ਚਲੇ ਗਏ। ਸੰਤਤ ਕਰੈ ਵਿਰੋਧ ਨ ਕੋਈ, ਬੈਠੇ ਪ੍ਰਿਥਕ ਪ੍ਰਕਾਸ਼ੈ ਸੋਈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਵਿਚਾਰਿਆ ਸੀ ਕਿ ਮੇਰੀ ਜਿਹੜੀ ਸੰਤਾਨ ਹੈ, ਮੇਰੇ ਜਿਹੜੇ ਪੁੱਤਰ ਨੇ, ਭਾਵ ਸ੍ਰੀ ਚੰਦ ਤੇ ਲਖਮੀ ਦਾਸ, ਉਹ ਕਿਸੇ ਵੀ ਪ੍ਰਕਾਰ ਦੇ ਨਾਲ ਅੰਗਦ ਦਾ ਵਿਰੋਧ ਨਾ ਕਰਨ। ਇਸ ਕਰਕੇ ਉਹਨਾਂ ਨੂੰ ਖਡੂਰ ਭੇਜ ਦਿੱਤਾ ਸੀ ਤੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਖਡੂਰ ਦੇ ਵਿੱਚ ਰਹਿ ਕੇ ਆਪਣਾ ਪ੍ਰਕਾਸ਼ ਕੀਤਾ, ਪ੍ਰਭਾਵ ਵਧਾਇਆ। ਤਿਮ ਸ੍ਰੀ ਅੰਗਦ ਕਾਰਜ ਕੀਨਾ, ਗੋਇੰਦਵਾਲ ਬਸਾਏ ਸੋਦੀਨਾ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵਾਂਗ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਕੀਤਾ, ਕਿਉਂਕਿ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੀ ਗੁਰਿਆਈ ਦੇਣੀ ਸੀ ਅਮਰਦਾਸ ਜੀ ਨੂੰ। ਇਸ ਕਰਕੇ ਉਹਨਾਂ ਨੇ ਆਖਿਆ, ਹੇ ਪੁਰਖਾ, ਖਡੂਰ ਨੂੰ ਛੱਡ ਦੇ, ਗੋਇੰਦਵਾਲ ਚਲਿਆ ਜਾ। ਗੋਇੰਦਵਾਲ ਨਗਰੀ ਦਾ ਨਿਰਮਾਣ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਕਹਿ ਕੇ ਕਰਵਾਇਆ ਅਮਰਦਾਸ ਜੀ ਤੋਂ। ਨਿਜ ਸੰਤਤ ਤੇ ਕਰਕੇ ਨਿਆਰੇ, ਸ੍ਰੀ ਗੋਰੇ ਅਮਰਦਾਸ ਬੈਠਾਰੇ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੀ ਸੰਤਾਨ ਤੋਂ, ਭਾਵ ਕੇ ਦਾਸੂ ਤੇ ਦਾਤੂ ਤੋਂ ਵੱਖਰਿਆਂ ਕੀਤਾ ਅਮਰਦਾਸ ਜੀ ਨੂੰ। ਤੇ ਇਸ ਤਰੀਕੇ ਦੇ ਨਾਲ ਗੋਇੰਦਵਾਲ ਦੇ ਵਿੱਚ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬਿਰਾਜਦੇ ਰਹੇ। ਤਿਮ ਸ੍ਰੀ ਅਮਰ ਮਨੋਰਥ ਕਰਕੇ, ਸਭ ਬੇਦਨੀ ਕੇ ਹਿਰਦੈ ਵਿਚਰ ਕੇ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸੇ ਹੀ ਤਰੀਕੇ ਦੇ ਨਾਲ ਜਿਵੇਂ ਸਤਿਗੁਰੂ ਨਾਨਕ ਨੇ ਕੀਤਾ ਸੀ, ਉਸੇ ਹੀ ਤਰੀਕੇ ਦੇ ਨਾਲ ਜਿਵੇਂ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਕੀਤਾ ਸੀ, ਇਸ ਵੇਲੇ ਹੁਣ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਉਹੀ ਗੱਲ ਕਰਨ ਦਾ ਮਤ ਬਣਾਇਆ ਹੈ। ਔਰ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕੀਤੀ। ਸਤ ਜੁਗ ਕੋ ਤੀਰਥ ਦੁਰ ਰਹਿਓ, ਚਿਰੰਕਾਲ ਪਾਕਿਨਹੁ ਨ ਲਹਿਓ। ਪੁਰਾਤਨ ਇਤਿਹਾਸ ਦੱਸਣ ਲੱਗੇ ਨੇ ਅੰਮ੍ਰਿਤਸਰ ਦਾ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕੀਤੇ ਕਿ ਸਤਿਯੁਗ ਤੋਂ ਬਹੁਤ ਵੱਡਾ ਜਿਹੜਾ ਤੀਰਥ ਹੈ ਉਹ ਇਸ ਵੇਲੇ ਛੁਪ ਚੁੱਕਾ ਹੈ। ਬਹੁਤ ਸਮਾਂ ਹੋ ਗਿਆ, ਉਹ ਤੀਰਥ ਅਜੇ ਤੱਕ ਨਹੀਂ ਲੱਭਾ। ਕਿਹੜਾ ਤੀਰਥ ਬਣਿਆ ਤੇ ਕਿਵੇਂ ਲੱਭਾ, ਇਸ ਇਤਿਹਾਸ ਨੂੰ ਅੱਗੇ ਜ਼ਾਹਰ ਕਰਦੇ ਨੇ। ਸਰਬ ਪ੍ਰਜਾ ਬਿਦ ਪਾਸ ਪੁਕਾਰੀ, ਬਿਨ ਰਾਜੇ ਹਮਕੋ ਦੁਖ ਭਾਰੀ। ਸਤਿਯੁਗ ਦੀ ਗੱਲ ਤੋਂ ਆਰੰਭ ਕਰਦੇ ਨੇ ਕਿ ਸਤਿਯੁਗ ਦੇ ਵਿੱਚ ਇੱਕ ਸਮੇਂ ਸਾਰੀ ਮਾਤ ਲੋਕ ਦੀ ਜਿਹੜੀ ਪ੍ਰਜਾ ਹੈ ਉਹਨਾਂ ਨੇ ਪੁਕਾਰ ਕੀਤੀ ਹੈ ਵਿਧਾਤਾ ਜੀ ਦੇ ਕੋਲ, ਭਾਵ ਕੇ ਬ੍ਰਹਮਾ ਜੀ ਦੇ ਕੋਲ। ਬਿਨ ਰਾਜੇ ਹਮਕੋ ਦੁਖ ਭਾਰੀ। ਬ੍ਰਹਮਾ ਜੀ ਨੂੰ ਆਖਿਆ ਕਿ ਮਾਤ ਲੋਕ ਦਾ ਕੋਈ ਰਾਜਾ ਹੋਣਾ ਚਾਹੀਦਾ, ਮਾਲਕ ਹੋਣਾ ਚਾਹੀਦਾ, ਮਾਲਕ ਤੋਂ ਬਗੈਰ ਸਾਰੇ ਦੁਖੀ ਨੇ। ਤਾਂ ਤੇ ਨਿਜ ਵਿਚਾਰ ਕਰ ਮਨ ਮੇ, ਦੀਜੈ ਰਾਜਾ ਹੋਏ ਸਭਨ ਮੈਂ। ਬ੍ਰਹਮਾ ਜੀ ਨੂੰ ਆਖਿਆ ਗਿਆ ਹੈ ਕਿ ਇਸ ਕਰਕੇ ਤੁਸੀਂ ਵਿਚਾਰ ਕਰਕੇ ਮਨ ਦੇ ਵਿੱਚ ਦੀਜੈ ਰਾਜਾ ਹੋਏ ਸਭਨ ਮੈਂ, ਕੋਈ ਐਸਾ ਰਾਜਾ ਬਣਾ ਦਿਓ ਜਿਹੜਾ ਕਿ ਸਾਰਿਆਂ ਦੇ ਉੱਤੇ ਹੁਕਮ ਕਰੇ। ਸੁਣ ਬ੍ਰਹਮਾ ਔਰ ਉਚਿਤ ਵਿਚਾਰਾ, ਮ੍ਰਿਤ ਮੰਡਲ ਬਿਨ ਨਿਪ ਦੁਖੇ ਆਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ
कि ब्रह्मा जी ने फिर अर्ज नूं सुन के विचार कीती है कि मृत मंडल दे विच के भाव मात लोक दे विच बगैर राजे तो जिहड़ी प्रजा है ना वो दुखी। अह जोग इन बनै नरेश बसै सुखी तब प्रजा अशेष। ब्रह्मा जी ने विचारिया कि योग ठीक गल यही बनती है कि मात लोक दा कोई राजा होवे तां उस दे राज दे विच प्रजा सारी दी सारी सुखी वसे। आठों लोक पाल के तन ते अंश निकारन कीनस तिन ते। हुण कवि जी दसदे ने कि फिर ब्रह्मा जी ने अठां लोकपालां दे तन तो थोड़े थोड़े अंश कढे ने, क्योंकि दिशावां दे 8 जिहड़े मालक ने वो मन्ने गए ने। इंद्र, अग्नि, यम, सूरज, वरुण और वायु, कबेर ते सोम, ये 8 जिहड़े ने ना इन्हां नूं दिशावां दा मालक मन्निया जांदा है। कहंदे ने कि 8 लोकपाल ये जिहड़े देवते सन इन्हां तो हर एक तो एक अंश उस वेले ब्रह्मा ने लिया। आठों गुण जुत राजा कीन तिस नृप नाम सो छुप धर दीन। 8 तो 8 गुणा दे समेत फिर एक राजा बना दिता और उस राजे नूं बना के ब्रह्मा जी ने उस राजे का नाम छुप रखिया। होण प्रसन्न इंद्र को गुण है यम को दंड तनद दे तन है। कहते ने कि हमेशा प्रसन्न रहना ये काम है इंद्र दा, ये गुण लिया है इंद्र तो। यम को दंड, यम दा धर्मराज दा भाव काम है कि औगणा दे मुताबक किसी नूं दंड देना, सजा देनी। और फिर कहते ने कि तनद दे तनद है। और इस तो इलावा जिहड़ा कुबेर है वो है धन दा देवता, उस तो मानो कि ये गुण लिया। इत्यादक सब लीजै जान होत पायो छुप भूप महान। ग्रंथाकार भाई संतोख सिंह जी लिखते ने इसे तरीके दे नाल 8 तो एक गुण लिया है ते फिर एक राजा बना दिता है जिसका नाम छुप रखिया ते महान वड्डा मातलोक दा राजा बनया छुप। अवनी राज कीन चिरकाल प्रजा बसाई सब सुख नाल। बहुत लंबा समा तक इस धरती दा राज छुप राजे ने कीता ते अपनी प्रजा नूं सुखां दे समेत वसा के रखिया। तिस ते पीछे और सो पयो नाम इखवाक जाहे धर दयो। कवि जी दसदे ने कि फिर छुप राजे तो बाद उस दी जगह दे उत्ते एक होर राजा बैठिया जिसका नाम सी इखवाक। इक्शाकू भी इस नूं आख्या जाता है और इखवाक भी आख्या जाता है। इखवाक राजा बनया छुप तो बाद। छुप मृत ते बैठियो सो राज करे सर्व प्रजा के काज। छुप राजे की मौत तो बाद उस दी जगह ते इखवाक राजा बैठिया ते उसने भी पहले राजे की तरह अपनी प्रजा नूं सुखी रखिया। नृप सत संद महाबलीवान भगत परमेश्वर को बुद्धिवान। ये जरा राजा सी मानो के सच ते तुरन वाला सी, सच दे नाल मेल करन वाला सी, जिहदा नाम सी इखवाक। और कहते ने बहुत ही ज्यादा ताकत वाला सी, बलवान सी। भगती परमेश्वर को बुद्धिवान। इखवाक जिहड़ा राजा है वो मानो के भगती करदा सी, परमेश्वर दे नाल प्यार करदा सी, इन्ना ज्यादा श्रेष्ठ बुद्धि दा वो मालक भी सी। सिंध मेखला अवनी सारी पुत्र समान सदा प्रतपारी। इस राजे इखवाक ने मानो कि हर एक जगह दे उत्ते धरती ते जिन्नी भी प्रजा वसदी सी समुद्रां तक उसनूं अपना पुत्र समझ के पालिया। नृप इखवाक बली एक काला चाहियो जग को करन विसाला। हुण ग्रंथाकार भाई संतोख सिंह जी लिखते ने कि एक समय राजे इखवाक
ਦੇ ਮਨ ਦੇ ਵਿੱਚ ਵਿਚਾਰ ਪੈਦਾ ਹੋਇਆ ਕਿ ਮੈਂ ਇੱਕ ਬਹੁਤ ਵੱਡਾ ਯੱਗ ਕਰਾਂ। ਸਕਲ ਪ੍ਰਿਥੀ ਤੇ ਸੰਗ੍ਰਹਿ ਕੀਨੇ, ਜਗ ਸਮਾਜਨ ਸੰਖਿਆ ਹੀਨੇ। ਉਸ ਵੇਲੇ ਜਗ ਦੀਆਂ ਸਾਰੀਆਂ ਸਮੱਗਰੀਆਂ ਮਾਨੋ ਕਿ ਸਾਰੀ ਧਰਤੀ ਤੋਂ ਉਸ ਇਖਵਾਕ ਰਾਜੇ ਨੇ ਇਕੱਠੀਆਂ ਕੀਤੀਆਂ। ਆਵਾਹਨ ਸਗਰੇ ਸੁਰ ਕਰੇ, ਵੇਦ ਮੰਤਰ ਪੜ੍ਹ ਕਰ ਮੁਣ ਬਰੇ। ਔਰ ਉਸ ਜਗ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਰਾਜੇ ਇਖਵਾਕ ਨੇ ਕਹਿੰਦੇ ਨੇ ਸਾਰੇ ਦੇਵਤਿਆਂ ਨੂੰ ਆਮੰਤਰਣ ਦਿੱਤਾ, ਸਾਰਿਆਂ ਦੇਵਤਿਆਂ ਨੂੰ ਸੱਦੇ ਘੱਲੇ, ਵੇਦ ਮੰਤਰ ਪੜ੍ਹ ਕਰ ਮੁਣ ਬਰੇ। ਇਸ ਤੋਂ ਇਲਾਵਾ ਕਹਿੰਦੇ ਨੇ ਕਿ ਸ੍ਰੇਸ਼ਟ ਮੁਨੀ ਬੁਲਾਏ ਗਏ ਨੇ ਜਿਹੜੇ ਕਿ ਵੇਦਾਂ ਦੇ ਮੰਤਰਾਂ ਦਾ ਪਾਠ ਕਰਨ। तीन लोक पत प्रभु बुलाए, संग इंद्रा अदक सुहाए। ਹੁਣ ਕਵੀ ਜੀ ਦੱਸਦੇ ਨੇ ਸਾਰਿਆਂ ਦੇਵਤਿਆਂ ਨੂੰ ਬੁਲਾਇਆ, ਸਾਰੇ ਸ੍ਰੇਸ਼ਟ ਮੁਨੀਆਂ ਨੂੰ ਬੁਲਾਇਆ ਗਿਆ। ਇਸ ਤੋਂ ਇਲਾਵਾ ਤਿੰਨੇ ਹੀ ਲੋਕਾਂ ਦੇ ਮਾਲਕ ਪ੍ਰਭੂ ਨੂੰ ਬੁਲਾਇਆ ਗਿਆ। ਤਿੰਨੇ ਲੋਕਾਂ ਦਾ ਮਾਲਕ ਵਿਸ਼ਨੂੰ ਜੀ ਨੂੰ ਮੰਨਿਆ ਜਾਂਦਾ ਹੈ, ਸਿਰਮੌਰ ਸਾਰਿਆਂ ਤੋਂ। ਕਹਿੰਦੇ ਨੇ ਕਿ ਵਿਸ਼ਨੂੰ ਜੀ ਨੂੰ ਬੁਲਾਇਆ ਹੈ ਔਰ ਵਿਸ਼ਨੂੰ ਜੀ ਮਾਨੋ ਕਿ ਆਪਣੀ ਘਰ ਵਾਲੀ ਲక్ష్ਮੀ ਦੇ ਸਮੇਤ ਪਹੁੰਚੇ। तीन लोक में मुख सब आए, लेन आपनो भाग बनाए। ਕਵੀ ਜੀ ਦੱਸਦੇ ਨੇ ਕਿ ਤਿੰਨਾਂ ਹੀ ਲੋਕਾਂ ਦੇ ਵਿੱਚੋਂ, ਆਕਾਸ਼ ਲੋਕ ਦੇ ਵਿੱਚੋਂ, ਪਤਾਲ ਲੋਕ ਦੇ ਵਿੱਚੋਂ ਔਰ ਮਾਤ ਲੋਕ ਦੇ ਵਿੱਚੋਂ, ਤਿੰਨੇ ਹੀ ਲੋਕਾਂ ਦੇ ਵਿੱਚੋਂ ਸਾਰੇ ਜਿਹੜੇ ਮੁਖੀ ਨੇ ਉਹ ਬੁਲਾਏ ਗਏ ਨੇ। ਸਾਰੇ ਦੇ ਸਾਰੇ ਪਹੁੰਚੇ ਨੇ ਮਾਨੋ ਕਿ ਆਪੋ ਆਪਣਾ ਹਿੱਸਾ ਸਵਾਰ ਕੇ ਲੈਣ ਦੇ ਲਈ। मृत मंडल के दिज रख सारे, करे कतर महीप हकारे। इस तरीके दे नाल मात लोक दे मंडल दे जिन्ने भी पंडित सन, जिन्ने भी वड्डे वड्डे ऋषि मुनि सन, वो सारियां नूं इकट्ठा कीता गया उस यज्ञ दे विच शामिल होण दे वास्ते। कहंदे ने महा जग तिन रचियो बनाए, सब को जथा जोग तृप्ताए। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਬਹੁਤ ਵੱਡਾ ਇੱਕ ਯੱਗ ਕੀਤਾ ਗਿਆ ਔਰ ਉਸ ਯੱਗ ਦੇ ਵਿੱਚ ਯਥਾ ਜੋਗ ਸਾਰਿਆਂ ਨੂੰ ਤ੍ਰਿਪਤ ਕੀਤਾ ਗਿਆ। ਹਬ ਕਬ ਦੇ ਕਰ ਬਿਦ ਆਛੇ, ਦਿਓ ਦਾਨ ਜੇਤਕ ਜੋ ਬਾਛੇ। ਹਬ ਆਖਿਆ ਜਾਂਦਾ ਜਿਹੜੀਆਂ ਦੇਵਤਿਆਂ ਦੇ ਨਿਮਿਤ ਅਹੂਤੀਆਂ ਪਾਈਆਂ ਜਾਂਦੀਆਂ ਨੇ ਯੱਗ ਦੇ ਵਿੱਚ। ਇਸ ਤੋਂ ਇਲਾਵਾ ਕਬ ਆਖਿਆ ਜਾਂਦਾ ਹੈ ਜਿਹੜੀਆਂ ਆਹੂਤੀਆਂ ਹੁੰਦੀਆਂ ਨੇ ਪਿੱਤਰਾਂ ਦੇ ਨਿਮਿਤ। ਇਹਨਾਂ ਦੋਵਾਂ ਤਰ੍ਹਾਂ ਦੀਆਂ ਆਹੂਤੀਆਂ ਨੂੰ ਪਾ ਕੇ ਯੱਗ ਕੀਤਾ ਗਿਆ ਤੇ ਫਿਰ ਇੰਨਾ ਜ਼ਿਆਦਾ ਦਾਨ ਦਿੱਤਾ ਗਿਆ ਹੈ ਜੋ ਕਿਸੇ ਨੇ ਮੰਗਿਆ ਉਹੀ ਮਿਲੇ। ਰੰਕ ਨ ਰਹਿਓ ਪ੍ਰਿਥੀ ਤਲ ਕੋਈ, ਲੈ ਕਰ ਦਾਨ ਤ੍ਰਿਪਤ ਹੋਇ ਸੋਈ। ਕਹਿੰਦੇ ਨੇ ਕਿ ਪ੍ਰਿਥੀ ਤਲ ਦੇ ਉੱਤੇ, ਇਸ ਧਰਤੀ ਦੇ ਉੱਤੇ ਉਸ ਵੇਲੇ ਇੰਨਾ ਜ਼ਿਆਦਾ ਇਖਵਾਕ ਰਾਜੇ ਨੇ ਦਾਨ ਦਿੱਤਾ ਹੈ ਕਿ ਕੋਈ ਵੀ ਕੰਗਾਲ ਦੁਨੀਆ ਦੇ ਉੱਤੇ ਨਾ ਰਿਹਾ, ਇੰਨਾ ਜ਼ਿਆਦਾ ਉਸਨੇ ਦਾਨ ਦਿੱਤਾ। ਹਮਨ ਕੋਂਡ ਕੇ ਚਾਰੋਂ ਪਾਸੇ, ਮੁਖ ਦੇਵਤਾ ਬੈਠ ਪ੍ਰਕਾਸ਼ੇ। ਤੇ ਜਿਹੜਾ ਹਵਨ ਕੁੰਡ ਸੀ ਜਿਹਦੇ ਵਿੱਚ ਅਗਨੀ ਬਲ ਰਹੀ ਸੀ, ਉਸ ਦੇ ਚਾਰੇ ਪਾਸੇ ਕਹਿੰਦੇ ਨੇ ਕਿ ਮੁਖੀ ਦੇਵਤੇ ਬੈਠੇ ਸਨ। वेद हर हर आदक सुर सारे, पाए प्रसन्न भूप सतकारे। विधाता जी भाव के ब्रह्मा जी, इस तो इलावा विष्णु जी, सारे दे सारे देवते सारे ही इस राजे दे उत्ते बहुत ही ज़्यादा प्रसन्न होए। ब्रह्मा जी, विष्णु जी, शिव जी, इन्हां तिन्नां नूं मेन मन्निया जांदा है, मुख मन्निया जांदा है। ये भी प्रसन्न होए ते बाकी भी देवते बड़े खुश होए। वरुण ब्रूह सब हों मिल कहियो, हाथ जोर निप ठांडो रहियो। सारियां ने ये गल आखी है कि ब्रह्म ब्रू तो भाव हुंदा है कि वरदान मंगो। सारियां ने जदों इस तरह आख्या, उस वेले हथ जोड़ के राजा उन्हां दे सामने खड़ा होया। कहत पायो हे प्रभु सुनीजै, सब प्रसन्न तो एह वर दीजै।
हथ जोड़ के राजे इखवाक ने आख्या है कि हे प्रभु सुनो, जेकर तुसी मेरे ते प्रसन्न हो ते इस तरह का मैनू वरदान दिओ। जहां निवास आप तुम कीनो, धार आनंद मुझ दर्शन देनो। सारियां तो पहला हथ जोड़ के विष्णु जी दे अगे अर्ज कीती है राजे ने कि जिथे तुसी आप निवास कीता है, आनंद नूं धारण करके इत्थे आण के बैठे हो और मैनू दर्शन दिते। अगन कोंडे है तीरथ होए, कलख हतै मज्जै नर सोए। राजे ने आख्या कि मेरे ते कृपा करो, ये जिहड़ा हवन कुंड है ये तीर्थ वड्डा बन जावे, जिस जगह उत्ते आण के बहुत सारे लोग इशनान करन और उन्हां दे कलख पाप दूर होण। होए जगत में महाप्रकाश, इसके सम दुतिया नहीं पास। राजे ने आख्या कि जगत दे विच इस जगह दा वड्डा प्रकाश होवे और मैं चाहुंदा हां कि दुनिया दे उत्ते इस वर्गा तीर्थ होर किते ना होवे। अगन कुंड के जिस जिस दिश हो, तिस तिस दिश सरीव तुम बस हो। कहता है कि अग्नि कुंड दे दुआले दुआले जिथे जिथे तुसी इस वेले बैठे होए हो, मैं चाहुंदा हां कि सदीवी तौर दे उत्ते इत्थे इत्थे ही तुहाडा निवास होवे। इहां आए जो करे शनान, चौहों दिश फिर कर बंधन ठान। कहता है कि जदों तुहाडे वरदान दे मुताबक इस जगह ते तीर्थ वड्डा बन जाएगा, फिर कहता है कि जगह जगह तो लोग आण के इत्थे इशनान करया करनगे ते चार फेरे फिर के प्रदक्षिणा करके इत्थे नमस्कारां करया करनगे। तिसको सकल करो कल्याण, जन्म जन्म के किल वखाण। राजे ने बेनती की है विष्णु जी दे अगे कि तुसी ऐसी कृपा करो कि जेड़े फिर उस वेले इत्थे आउणगे इशनान करनगे उन्हां दा तुसी कल्याण करियो, उन्हां दे जन्म जन्मां दे पापां नूं तुसी धो दिओ। सुनियो भूप ते सब ने कहियो, पुरुषोत्तम की दिश तब लहियो। ग्रंथाकार भाई संतोख सिंह जी लिखते ने, जदों राजे ने इस तरह की बेनती की विष्णु जी दे अगे, उस वेले सारियां ने फिर विष्णु जी दे चेहरे दे वल तकिया। श्री नारायण सब दिश हेर, करी कृपा बोले तिस बेर। उस वेले नारायण जी ने भाव के विष्णु जी ने सारियां दे वल देखिया है ते फिर कृपा कीती ते बोले। कहंदे ने हे भूपत तू भगत महाना, कारण पर उपकार बखाना। विष्णु जी ने आख्या कि हे राजा तू बहुत ही वड्डा महान भगत है, इसे करके तू भगती वाला काम कीता है कि परोपकार दे वास्ते तीर्थ रचन दे वास्ते सानू आखे। जिम जीवन को होए कल्याण, हम ते जाच्यो अस तैं दान। विष्णु जी ने बचन किया कि जेड़े तरीके दे नाल जीवां दा कल्याण होवे ये साडे तो तू वरदान मंगे। माम प्रसन्नता ते सब होए, तीर्थ महा लखै सब कोय। विष्णु भगवान ने राजे नूं आख्या कि मेरी तेरे ते वड्डी प्रसन्नता है, मैं तेरे ते खुश हाँ। जिस तरह का तू वरदान मंगिया ये जरूर होवेगा। इस जगह दे उत्ते कहंदे ने कि बहुत वड्डा तीर्थ बने। लाखों बरस बिदत अब रहे, पुन छप जाए न को लहै। उस वेले विष्णु जी ने आख्या कि इस युग दे विच भाव के सतयुग दे विच लखां वरियां तक ये जिहड़ी जगह है ना ये प्रगट रहेगी, मशहूर रहेगी। पर कहंदे ने कि समा आउण दे नाल एक वेले ये जगह छप जाएगी, अलोप हो जाएगी, लुक जाएगी। 5000 बितै कली काल, तब मम होए अवतार विशाल। क्योंकि विद्वान सज्जन मनते ने कि सतयुग दे विच जिहड़ी मनुखां दी उमर है वो भी लखां लखां वरियां दी हुंदी सी। इस तो इलावा विद्वान वक्रे वक्रे हिसाब दे नाल सतयुग दी सारियां तो वध आयु लिखते ने, उस तो घट
त्रेते दी, फिर द्वापर दी, कलयुग दी सारियां तो घट उम्र दा अनुमान लाया जाता है। ते कलयुग दे विच जिन्ने भी जीव ने उन्हां दी भी उम्र उन्हां दे हिसाब दे नाल घट है। हुण विष्णु जी ने आख्या है कि सतयुग दे विच लखां वरियां तक ये जिहड़ी जगह है मशहूर रहेगी, पर समा आउण दे नाल कलयुग दे विच ये जगह अलोप हो जाएगी, लुक जाएगी। कहते ने फिर 5000 बिता कली काल, जदों 5000 वरा कलयुग की उम्र बीत जाएगी, तब मम होए अवतार विसाल। फिर कलयुग दे विच उस वेले विष्णु जी कहते ने मेरा अवतार होवेगा। श्री नानक निज नाम तरावो, भगत पंथ जग में विद तावो। जदों मैं कलयुग दे विच अवतार नूं धारण करांगा ते मेरा नां नानक होवेगा, ते मैं भगती दा जिहड़ा रस्ता है ना वो कलयुग दे विच प्रगट करांगा। जोग जग तप त्रै जोग धर्म, इनमो कर लहे बड़ शर्म। विष्णु जी ने आख्या है कि जोग धारण करने, यज्ञ करने या तप करने ये पहलियां तिन्ना युगां दे धर्म ने। इनमो करे लहे बड़ शर्म, जेड़ा मानो कि जो करदा सतयुग दे विच या यज्ञ करदा त्रेते दे विच या तप करदा द्वापर दे विच, वो वड्डे शर्म दे नाल भाव के वड्डी ही ज़्यादा मेहनत दे नाल उन्हां नूं इस चीज़ दा महात्म मिलदा। कलयुग में नर शक्त बहीन, बुद्ध बित बल ते जिन तन सीन। उस वेले विष्णु जी ने आख्या कि कलयुग दे विच जिहड़े मनुख ने वो शक्ति तो हीने ने। कहंदे ने कि उन्नी ज़्यादा श्रेष्ठ बुद्धि भी नहीं है, उन्ना ज़्यादा धन पदार्थ भी नहीं है जिन्ना कि पहलियां युगां दे विच सी, ते ना ही कहंदे ने उन्हां दे शरीर दी उमर इन्नी वड्डी लंमी। तिन के हित शुभ मार्ग पावन, तन तर फिरों सर्व ही थावन। विष्णु भगवान जी राजे खवाक नूं कह रहे ने कि फिर कलयुग दे विच मैं नानक दे रूप दे विच आवांगा ते ऐसे मनुखां नूं चंगे रस्ते दे उत्ते तोरन दे वास्ते कहंदे ने कि शरीर धार के मैं बहुत ही जगह दा भ्रमण करांगा। चौं दिश में सिखी प्रगटावो, भगत रीत मैं ज्ञान बतावो। कहंदे ने कि उस नानक दे रूप दे विच फिर मैं चारे दिशावां दे विच जावांगा, चारे दिशावां दे विच सिੱਖੀ दा प्रगटावा करांगा। भगती रीत मैं ज्ञान बतावो, मैं भगती दी रीत ते ज्ञान दी रीत दसांगा। जब मैं तीन देह को तरो, चतुरुत तन अपनो पुन करो। कहंदे ने कि फिर नानक तो बाद अंगद, अंगद तो बाद फिर तीसरी जगह दे उत्ते मैं अमरदास दे रूप दे विच होवांगा, ते फिर अमरदास तो बाद मेरा चौथा रूप रामदास होवे। ताबे तीरथ को बिदतावो, पंचम तन ते पक बनावो। पहला अवतार नानक दे रूप दे विच होवेगा, फिर क्रमवार चौथा जिहड़ा अवतार है वो रामदास दे रूप दे विच होवेगा, ते जदों मैं चौथे रूप दे विच होवांगा उस वेले इस तीर्थ नूं जिहड़ा कि हुण तो बाद लुक जाएगा प्रगट करांगा। पंचम तन ते पक बनावो, ते फिर जदों पंजवां स्वरूप होवेगा ना फिर इस जगह नूं मैं पक्का बना दिआंगा। सारे अंदर सिर जो हरि मंदर, जिस मनिंद कित होए ना सुंदर। कहंदे ने कि उस वेले फिर इस लगे हुए सरोवर दे विच मैं सोहना हरि मंदिर बना दिआंगा, जिस दे मनिंद जिस दे बराबर होर कोई सुंदर जगह नहीं होवेगी। सत नाम की अदक बढ़ाई, करो स्थापत रह सदाई। इस तरीके दे नाल विष्णु जी ने आख्या कि सच्चा जो परमेश्वर दा नाम है उस दी वडियाई नूं बहुत ज़्यादा मैं वधा दिआंगा। इस तरह तीर्थ नूं स्थापन करांगा जिहड़ा हमेशा सदैवी तौर ते कायम रहेगा। खष्टम देह तरों में जबै, जिह स्थान हो बैठ्यो अबै। इस तो अगे फिर विष्णु जी ने आख्या कि जदों मैं
ਛੇਵੇਂ ਰੂਪ ਦੇ ਵਿੱਚ ਹੋਵਾਂਗਾ। ਇਸ਼ਾਰਾ ਹੈ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਵੱਲ। ਕਹਿੰਦੇ ਨੇ ਜਦੋਂ ਛੇਵੇਂ ਸਰੂਪ ਦੇ ਵਿੱਚ ਹੋਵਾਂਗਾ ਤੇ ਫਿਰ ਕਹਿੰਦੇ ਨੇ ਕਿ ਇਸ ਵੇਲੇ ਮੈਂ ਜਿਹੜੀ ਜਗ੍ਹਾ ਦੇ ਉੱਤੇ ਬੈਠਿਆ ਹੋਇਆ ਹਾਂ। ਰਾਚੇ ਅਕਾਲ ਬੁੰਗਾ ਧਰ ਨਾਮੂ ਸਿਰਜੋਂ ਤਖਤ ਮਹਾ ਅਭਿਰਾਮੂ। ਜਿਸ ਜਗ੍ਹਾ ਦੇ ਉੱਤੇ ਇਸ ਵੇਲੇ हे ਰਾਜਾ ਮੈਂ ਬੈਠਿਆ ਹੋਇਆ ਹਾਂ, ਜਦੋਂ ਮੈਂ ਛੇਵੇਂ ਰੂਪ ਦੇ ਵਿੱਚ ਹੋਵਾਂਗਾ ਤੇ ਫਿਰ ਇਸ ਜਗ੍ਹਾ ਦੇ ਉੱਤੇ ਇੱਕ ਅਕਾਲ ਬੁੰਗਾ ਮੈਂ ਰਚਾਂਗਾ। ਸਿਰਜੋਂ ਤਖਤ ਮਹਾ ਅਭਿਰਾਮੂ, ਔਰ ਉਹ ਤਖਤ ਹੋਵੇਗਾ, ਤਖਤਾਂ ਦੇ ਵਿੱਚ ਸੁੰਦਰ ਹੋਵੇਗਾ। ਤੁਸੀਂ ਸਾਰੀ ਕਥਾ ਨੂੰ ਜਾਣਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਰਿਮੰਦਰ ਸਾਹਿਬ ਹੈ ਔਰ ਉਸ ਦੇ ਇੱਕ ਪਾਸੇ ਅਕਾਲ ਬੁੰਗਾ ਹੈ, ਜਿੱਥੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੈਠਿਆ ਕਰਦੇ ਸਨ। ਉਸ ਗੱਲ ਦਾ ਇਸ਼ਾਰਾ ਕਰਦੇ ਨੇ ਕਿ ਛੇਵੇਂ ਰੂਪ ਦੇ ਵਿੱਚ ਅਕਾਲ ਬੁੰਗਾ ਉਹ ਰਚਾਂਗਾ, ਜਿਹੜਾ ਕਿ ਤਖਤਾਂ ਦੇ ਵਿੱਚੋਂ ਇੱਕ ਤਖਤ ਹੋਵੇਗਾ ਸੁੰਦਰ। ਬੈਠੋ ਬੀਚ ਦੀਵਾਨ ਲਗਾਵੋ ਸਰਬ ਜਗਤ ਕੋ ਗੁਰੂ ਕਹਾਵੋ। ਉਸ ਛੇਵੇਂ ਰੂਪ ਦੇ ਵਿੱਚ ਮੈਂ ਉਸ ਜਗ੍ਹਾ ਦੇ ਵਿੱਚ ਬੈਠ ਕੇ ਦੀਵਾਨ ਸਜਾਇਆ ਕਰਾਂਗਾ ਔਰ ਸਾਰੀ ਜਗਤ ਦਾ ਗੁਰੂ ਬਣ ਕੇ ਬੈਠਾਂਗਾ। ਪੁਨ ਮੈਂ ਸਦਾ ਬਸੋਂ ਇਸ ਥਾਨ ਬੰਦੈ ਅਚਰਜ ਹੋਏ ਜਹਾਨ। ਕਹਿੰਦੇ ਨੇ ਕਿ ਫਿਰ ਉਸੇ ਹੀ ਜਗ੍ਹਾ ਦੇ ਉੱਤੇ ਹਮੇਸ਼ਾ ਬੈਠਿਆ ਕਰਾਂਗਾ। ਬੰਦੈ ਅਚਰਜ ਹੋਏ ਜਹਾਨ, ਲੋਕ ਉੱਥੇ ਆਣ ਕੇ ਨਮਸਕਾਰਾਂ ਕਰਿਆ ਕਰਨਗੇ ਤੇ ਸਾਰੀ ਦੁਨੀਆ ਹੈਰਾਨ ਹੋਏਗੀ। ਜੋਤ ਆਪਣੀ ਨੀਤ ਬਸਾਵੋ ਮਹਾ ਤੇਜ ਸਭ ਮੈਂ ਵਿਦਤਾਵੋ। ਕਹਿੰਦੇ ਨੇ ਕਿ ਆਪਣੀ ਜੋਤ ਮੈਂ ਹਮੇਸ਼ਾ ਉੱਥੇ ਵਸਾ ਕੇ ਰੱਖਾਂਗਾ। ਮਹਾ ਤੇਜ ਜਿਹੜਾ ਹੈ ਨਾ ਉਹ ਸਾਰਿਆਂ ਦੇ ਵਿੱਚ ਪ੍ਰਗਟ ਹੋਵੇ। ਇਮ ਪਰਿਸ਼ੋਤਮ ਨਿਪ ਸੋ ਕਹਿਓ ਪੁਨ ਬ੍ਰਹਮਾ ਕੀ ਦਿਸ਼ ਕੋ ਚਾਹਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਪਰਿਸ਼ੋਤਮ ਨੇ ਭਾਵ ਕਿ ਵਿਸ਼ਨੂੰ ਜੀ ਨੇ ਰਾਜੇ ਇਖਵਾਕ ਨੂੰ ਆਖਿਆ ਤੇ ਫਿਰ ਬ੍ਰਹਮਾ ਜੀ ਦੇ ਵੱਲ ਦੇਖਿਆ। ਰੁਦਰ ਸਰੋਦਰ ਆਦ ਸਭ ਜੋਈ ਹੋਏ ਪ੍ਰਸੰਨ ਬਰ ਭਾਖਤ ਸੋਈ। ਫਿਰ ਬ੍ਰਹਮਾ ਦੇ ਵੱਲ ਜਦੋਂ ਦੇਖਿਆ ਉਹ ਵੀ ਪ੍ਰਸੰਨ ਹੋਏ ਨੇ। ਫਿਰ ਸ਼ਿਵ ਜੀ ਦੇ ਵੱਲ ਦੇਖਿਆ ਉਹ ਵੀ ਬੜੇ ਪ੍ਰਸੰਨ ਨੇ। ਇਸ ਤੋਂ ਇਲਾਵਾ ਸਾਰੇ ਜਿਹੜੇ ਦੇਵਤੇ ਨੇ ਉਹ ਬਹੁਤ ਜ਼ਿਆਦਾ ਰਾਜੇ ਦੇ ਉੱਤੇ ਪ੍ਰਸੰਨ ਨੇ ਤੇ ਸਾਰਿਆਂ ਨੇ ਫਿਰ ਵਰਦਾਨ ਦਿੱਤੇ। ਨਿਜ ਨਿਜ ਥਲ ਹਮ ਸਭ ਹੀ ਰਹਿ ਤੀਨ ਲੋਕ ਪਤੀ ਸੰਗੀ ਹੈ। ਜਦੋਂ ਤਿੰਨਾਂ ਲੋਕਾਂ ਦੇ ਮਾਲਕ ਭਾਵ ਕਿ ਵਿਸ਼ਨੂੰ ਨੇ ਵਰਦਾਨ ਦਿੱਤਾ ਤੇ ਫਿਰ ਸਾਰਿਆਂ ਨੇ ਰਾਜੇ ਨੂੰ ਆਖਿਆ ਕਿ ਅਸੀਂ ਵੀ ਆਪੋ ਆਪਣੀ ਜਗ੍ਹਾ ਦੇ ਉੱਤੇ ਹਮੇਸ਼ਾ ਤੌਰ ਤੇ ਇਸੇ ਤਰ੍ਹਾਂ ਰਵਾਂਗੇ। ਮਾਨੋ ਕਿ ਅਸੀਂ ਵੀ ਇਹਨਾਂ ਤਿੰਨਾਂ ਲੋਕਾਂ ਦੇ ਪਤੀ ਦੇ ਸਾਥੀ ਹਾਂ। ਇਹਨਾਂ ਨੇ ਜਿਸ ਤਰ੍ਹਾਂ ਦਾ ਵਰਦਾਨ ਦਿੱਤਾ ਹੈ ਅਸੀਂ ਵੀ ਉਸੇ ਤਰ੍ਹਾਂ ਦਾ ਤੈਨੂੰ ਵਰਦਾਨ ਦਿੰਦੇ ਹਾਂ। ਇਸ ਪ੍ਰਕਾਰ ਨਿਰਪ ਕੋ ਬਰ ਦੇਨੇ ਪੁਨੋ ਵਿਸਰਜਨ ਸਗਰੇ ਕੀਨੇ। ਕਵੀ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਸਾਰੇ ਵਰਦਾਨ ਦੇ ਕੇ ਰਾਜੇ ਤੋਂ ਵਿਦਾਇਗੀ ਲੈ ਕੇ ਫਿਰ ਸਾਰੇ ਦੇ ਸਾਰੇ ਚਲੇ ਗਏ। ਨਿਪ ਇਖਵਾਕ ਪ੍ਰਤਾਪ ਵਿਸਾਲਾ ਛਤਰੀ ਬੰਸ ਜਗਤ ਮੈਂ ਚਾਲਾ। ਫਿਰ ਕਵੀ ਜੀ ਕਹਿੰਦੇ ਨੇ ਕਿ ਰਾਜੇ ਇਖਵਾਕ ਦੇ ਵੱਡੇ ਪ੍ਰਤਾਪ ਤੋਂ ਬਾਅਦ ਫਿਰ ਛਤਰੀਆਂ ਦਾ ਜਿਹੜਾ ਵੰਸ਼ ਸੀ ਨਾ ਉਹ ਜਗਤ ਦੇ ਵਿੱਚ ਚੱਲਿਆ। ਰਾਮ ਚੰਦ ਆਦਿਕ ਸਿਰਮੌਰ ਭਏ ਅਨੇਕ ਸੋ ਰਾਜਾ ਔਰ। ਫਿਰ ਰਾਜੇ ਇਖਵਾਕ ਤੋਂ ਬਾਅਦ ਸ੍ਰੀ ਰਾਮ ਚੰਦਰ ਜੀ ਵਰਗੇ ਸਿਰਮੌਰ ਜਿਹੜੇ ਰਾਜੇ ਨੇ ਨਾ ਉਹ ਹੋਰ ਵੀ ਬਣੇ। ਸੋਈ ਬਾਂਸ ਚਲਿਓ ਜਗ ਆਵਾ ਬੇਦੀ ਕੁਲ ਸੋਢੀ ਪ੍ਰਗਟਾਵਾ। ਕਵੀ ਜੀ ਲਿਖਦੇ ਨੇ ਕਿ ਉਹੀ ਜਿਹੜਾ ਵੰਸ਼ ਹੈ ਉਹੀ ਚਲਿਆ ਆਉਂਦਾ ਹੈ। ਬੇਦੀ ਕੁਲ ਦੇ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪੈਦਾ ਹੋਏ ਤੇ ਮਾਨੋ ਕਿ ਇਹ ਵੀ ਉਹੀ ਵੰਸ਼ ਹੈ। ਇਸ ਤੋਂ ਇਲਾਵਾ ਸੋਢੀ ਵੰਸ਼ ਦੇ ਵਿੱਚ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ, ਇਹ ਵੀ ਉਹਨਾਂ ਦਾ ਵੰਸ਼ ਹੈ। ਸਭ ਪ੍ਰਸੰਗ ਪ੍ਰਥਮੈ ਜੋ ਭਇਓ ਸ੍ਰੀ ਗੁਰ ਅਮਰ ਵਿਚਾਰਨ ਕੀਓ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਹ ਸਾਰਾ ਜਿਹੜਾ ਪ੍ਰਸੰਗ ਸੀ ਜਿਹੜਾ ਕਿ ਸਤਯੁਗ ਦੇ ਵਿੱਚ ਹੋ ਚੁੱਕਾ ਸੀ ਉਸ ਦੀ ਵਿਚਾਰ ਕੀਤੀ ਹੈ ਸਤਿਗੁਰੂ ਅਮਰਦਾਸ ਨੇ। ਸ੍ਰੀ ਗੁਰ ਰਾਮਦਾਸ ਕੇ ਹੇਤ ਚਿਤ ਚਾਹਿਓ ਬਨਵਾਏ ਨਕੇਤ।
ਹੁਣ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਹ ਵਿਚਾਰ ਕੀਤੀ ਹੈ ਕਿ ਰਾਮਦਾਸ ਦੇ ਵਾਸਤੇ ਮੈਂ ਨਿਕੇਤ ਬਣਵਾਵਾਂ, ਘਰ ਬਣਵਾਵਾਂ। ਕੁਲ ਹਮਰੀ ਰਹਿ ਗੋਇੰਦਵਾਲ, ਫਲੈ ਫਲੇ ਆਨੰਦ ਵਿਸਾਲ। ਹੁਣ ਉਸ ਗੱਲ ਨੂੰ ਦੁਬਾਰਾ ਜੋੜਦੇ ਨੇ ਕਵੀ ਜੀ, ਜਿਹੜੀ ਗੱਲ ਕਰ ਰਹੇ ਸਨ ਕਿ ਜਿਸ ਤਰ੍ਹਾਂ ਸਤਿਗੁਰੂ ਨਾਨਕ ਨੇ ਕਰਤਾਰਪੁਰ ਨਹੀਂ ਰਹਿਣ ਦਿੱਤਾ, ਗੁਰੂ ਅੰਗਦ ਨੂੰ ਕਹਿ ਦਿੱਤਾ ਤੂੰ ਖਡੂਰ ਚਲਿਆ ਜਾ, ਇਸੇ ਤਰ੍ਹਾਂ ਗੁਰੂ ਅੰਗਦ ਨੇ ਵੀ ਅਮਰਦਾਸ ਜੀ ਨੂੰ ਨਹੀਂ ਰਹਿਣ ਦਿੱਤਾ ਖਡੂਰ ਦੇ ਵਿੱਚ, ਆਖਿਆ ਤੂੰ ਗੋਇੰਦਵਾਲ ਚਲੇ ਜਾ ਤਾਂ ਕਿ ਸੰਤਾਨ ਦਾ ਵਿਰੋਧ ਨਾ ਹੋਵੇ। ਇਸੇ ਤਰੀਕੇ ਦੇ ਨਾਲ ਮਾਨੋ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਵੀ ਇਹੀ ਫੈਸਲਾ ਕੀਤਾ ਕਿ ਗੋਇੰਦਵਾਲ ਦੇ ਵਿੱਚ ਸਾਡੀ ਕੁਲ ਰਵੇਗੀ, ਮੇਰੇ ਪੁੱਤਰ ਰਹਿਣਗੇ। ਫੁੱਲੇ ਫਲੇ ਆਨੰਦ ਵਿਸਾਲ, ਫਲਣਗੇ ਫੁੱਲਣਗੇ ਆਨੰਦਾਂ ਦੇ ਵੱਡੇ ਰੰਗ ਦੇ ਨਾਲ, ਮੋਹਣ ਤੇ ਮੋਹਰੀ। ਇਨ ਤੇ ਪ੍ਰਥਕ ਰਹਿ ਕਿਤੇ ਔਰ, ਰਾਮਦਾਸ ਸੋਢੀ ਸਿਰਮੌਰ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਵਿਚਾਰਿਆ ਕਿ ਇਹਨਾਂ ਤੋਂ ਪ੍ਰਥਕ ਜਗ੍ਹਾ ਦੇ ਉੱਤੇ, ਵੱਖਰੀ ਜਗ੍ਹਾ ਦੇ ਉੱਤੇ ਸੋਢੀ ਕੁਲ ਦੇ ਸਿਰਮੌਰ ਰਾਮਦਾਸ ਨੂੰ ਰਹਿਣਾ ਪਵੇ। ਹਰ ਤਹ ਤੀਰਥ ਸੋਭਿਦ ਤਾਵੈ, ਸਣੇ ਸਣੇ ਸਭ ਕਾਰ ਕਰਾਵੈ। ਸੋਚਿਆ ਹੈ ਅਮਰਦਾਸ ਜੀ ਨੇ ਉਸ ਜਗ੍ਹਾ ਤੇ ਰਹਿ ਕੇ ਫਿਰ ਇਹ ਤੀਰਥ ਪ੍ਰਗਟ ਕਰਨਗੇ, ਸਮੇਂ ਸਮੇਂ ਤੇ ਉਹਦੇ ਵਿੱਚ ਵਾਧਾ ਹੋਵੇ। ਨਿਪ ਕੋ ਬਰ ਪੂਰਬ ਜੋ ਦਇਓ, ਔਰ ਸ੍ਰੀ ਅਮਰ ਸੋ ਸਿਮਰਨ ਕਇਓ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਯੁਗ ਦੇ ਵਿੱਚ ਰਾਜੇ ਇਖਵਾਕ ਨੂੰ ਵਿਸ਼ਨੂੰ ਦੇ ਰੂਪ ਦੇ ਵਿੱਚ ਜਿਹੜਾ ਦਿੱਤਾ ਸੀ ਵਰਦਾਨ, ਉਸ ਨੂੰ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਯਾਦ ਕੀਤਾ ਹੈ, ਸਿਮਰਨ ਕੀਤਾ ਹੈ। ਕਿਉਂਕਿ ਆਪਣਾ ਮਤ ਹੈ ਕਿ ਜਿੰਨੇ ਵੀ ਦੁਨੀਆ ਦੇ ਉੱਤੇ ਸਤਿਗੁਰੂ ਅਵਤਾਰ ਬਣ ਕੇ ਆਉਂਦੇ ਨੇ ਉਹ ਵਿਸ਼ਨੂੰ ਜੀ ਦਾ ਅਵਤਾਰ ਹੁੰਦੇ ਨੇ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਵਿਸ਼ਨੂੰ ਦੇ ਰੂਪ ਦੇ ਵਿੱਚ ਰਾਜੇ ਇਖਵਾਕ ਨੂੰ ਇਹ ਵਰਦਾਨ ਦਿੱਤਾ ਸੀ ਤੇ ਉਸ ਵਰਦਾਨ ਨੂੰ ਹੁਣ ਤੀਸਰੇ ਰੂਪ ਦੇ ਵਿੱਚ ਜਦੋਂ ਵਿਸ਼ਨੂੰ ਜੀ ਆਏ ਨੇ ਉਹਨਾਂ ਨੇ ਯਾਦ ਕੀਤਾ। ਜਾਣਿਓ ਸਮਾਂ ਪਹੁੰਚਿਓ ਆਏ, ਤੀਰਥ ਸਰਬੋਤਮ ਬਿਦ ਤਾਏ। ਜਾਣਿਆ ਹੈ ਕਿ ਹੁਣ ਸਮਾਂ ਉਹ ਪਹੁੰਚ ਗਿਆ ਹੈ ਕਿ ਇੱਕ ਤੀਰਥ ਦਾ ਨਿਰਮਾਣ ਕੀਤਾ ਜਾਵੇ ਜਿਹੜਾ ਦੁਨੀਆ ਦੇ ਉੱਤੇ ਪ੍ਰਗਟ ਹੋਵੇ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਨਵੇਂ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਹਨ। ਅਮਰਦਾਸ ਸ੍ਰੀ ਸਤਿਗੁਰੂ, ਜਾਣ ਸਕਲ ਗਤ ਲੀਨ, ਸੋਢੀ ਕੁਲ ਭੂਖਣ ਤਬੈ, ਨਿਕਟ ਬੁਲਾਵਣ ਕੀਨ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਸਾਰੀ ਰੀਤੀ ਨੂੰ ਜਾਣਿਆ ਤੇ ਫਿਰ ਸੋਢੀ ਕੁਲ ਦੇ ਜਿਹੜੇ ਗਹਿਣੇਵਤ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਇੱਕ ਦਿਨ ਆਪਣੇ ਕੋਲ ਬੁਲਾਇਆ। ਸੁਣ ਹੈ ਸੋਮ ਬਸਨ ਹਿਤ ਥਾਨ, ਗ੍ਰਾਮ ਬਸਾਵੋ ਪਿਖ ਕਰ ਆਣ। ਜਦੋਂ ਰਾਮਦਾਸ ਜੀ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਪਹੁੰਚੇ ਤੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਹੇ ਮਨੋਹਰ, ਆਪਣੇ ਵਸਣ ਦੇ ਵਾਸਤੇ ਇੱਕ ਵੱਖਰਾ ਪਿੰਡ ਚੰਗੀ ਜਗ੍ਹਾ ਜਾਣ ਕੇ ਤੂੰ ਬਣਾ ਲੈ। ਸਣੇ ਸਣੇ ਨਿਜ ਪਾਏ ਟਿਕਾਵੋ, ਬਹੁਰ ਕਰੋ ਪੁਰ ਮਹਾ ਬਸਾਵੋ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਰਾਮਦਾਸ ਜੀ ਨੂੰ ਹੁਕਮ ਕੀਤਾ ਕਿ ਹੌਲੀ ਹੌਲੀ ਆਪਣੇ ਪੈਰਾਂ ਨੂੰ ਤੂੰ ਟਿਕਾ ਲਾ, ਆਪਣੇ ਪੈਰਾਂ ਨੂੰ ਜਮਾ ਲਾ। ਬਹੁਰ ਕਰੋ ਪਰ ਮਹਾ ਬਸਾਵੋ, ਹੌਲੀ ਹੌਲੀ ਜਿਹੜੀ ਤੂੰ ਜਗ੍ਹਾ ਵਸਾਵੇਂਗਾ ਨਾ ਉਸ ਨੂੰ ਵੱਡਾ ਕਰ ਲੈ। ਜਿਮ ਖਡੂਰ ਗੁਰ ਸੇਵਾ ਕਰਕੇ, ਪਾਛੇ ਆਣ ਬਸੇ ਹਮ ਟਰਕੇ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਵੀ ਉਹੀ ਪ੍ਰਮਾਣ ਦਿੱਤਾ ਹੈ ਕਿ ਜਿਸ ਤਰੀਕੇ ਦੇ ਨਾਲ ਖਡੂਰ ਦੇ ਵਿੱਚ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਮੈਂ ਸੇਵਾ ਕੀਤੀ ਸੀ, ਫਿਰ ਸਤਿਗੁਰਾਂ ਦੇ ਹੁਕਮ ਦੇ ਨਾਲ ਕਹਿੰਦੇ ਨੇ ਅਮਰਦਾਸ ਜੀ ਕਿ ਮੈਂ ਫਿਰ ਖਡੂਰ ਨੂੰ ਛੱਡ ਕੇ ਇੱਥੇ ਗੋਇੰਦਵਾਲ ਦੇ ਵਿੱਚ ਆਣ ਟਿਕਿਆ ਸਾਂ। ਏਮ ਨੀਕੀ ਨਿਜ ਹਿਰਦੈ ਵਿਚਾਰੋ, ਬਸਨ ਹੇਤ ਥਲ ਜਾਏ ਨਿਹਾਰੋ। ਹੁਣ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸੇ ਤਰੀਕੇ ਦੇ ਨਾਲ ਇਸ ਰੀਤੀ ਨੂੰ ਚੰਗਾ ਜਾਣ ਕੇ ਤੂੰ ਵੀ ਗੋਇੰਦਵਾਲ ਤੋਂ ਕਿਨਾਰਾ ਕਰ ਜਾ, ਕਿਸੇ ਹੋਰ ਜਗ੍ਹਾ ਚੰਗੀ ਜਾ ਕੇ ਤੂੰ ਆਪਣੇ ਵਸਣ ਦੇ ਵਾਸਤੇ ਜਗ੍ਹਾ ਬਣਾ। ਅਹੈ ਪਰਗਨਾ ਤੁਮਰੇ ਪਾਸ,
खालिया छो पिख करो आवास। क्योंकि पिछे इस गल का जिक्र आ चुका है कि जिहड़ी पिंडां दी जगीर अकबर ने मत्था टेकी सी सतगुरु अमरदास सच्चे पातशाह जी नूं, ਉਹ सतगुरु अमरदास सच्चे पातशाह जी ने सारी दी सारी जगीर रामदास जी नूं समर्पण कर दित्ती सी। कहंदे ने सतगुरु अमरदास सच्चे पातशाह जी कि हे रामदास, तेरे कोल मानो कि बहुत वड्डा परगना है, बहुत ज़्यादा जगह है, जिहड़ी जगह नूं चंगा जाणदा है उत्थे तूं अपने रहण दे वास्ते घर बना। सुन श्री रामदास कर जोरे, हुक्म आप को मोर अमोरे। ग्रंथाकार भाई संतोख सिंह जी लिखते हैं कि जदों सतगुरु अमरदास सच्चे पातशाह जी ने इस तरह का हुक्म किया, उस वेले हथ जोड़े ने रामदास जी ने ते अर्ज की है। कहते ने हे सच्चे पातशाह, तुहाडा हुक्म मैं कदे मोड़ नहीं सकता, भाव कि मैं तुहाडी रजा दे हमेशा अनुसार। रावर की रजाए मैं राजी, यही प्रतिज्ञा मैं और साजी। रामदास जी ने आख्या कि हे सच्चे पातशाह, तुहाडी रजा दे विच हमेशा मैं राजी रवां, मैं प्रसन्न रवां। सच्चे पातशाह मैं ते इहो ही प्रतिज्ञा कीती हुई है, मैं ते यही पक्का प्रण धारिया हुआ। जो तुम करो सो आछी होए करो तुम जोए। कहंदे ने हे सच्चे पातशाह, जो तुसीं करदे हो हमेशा चंगा हुंदा है, इहदे विच कोई शक नहीं। हम प्राणी क्या सकें विचारे, सब गुण सागर महद अपारे। रामदास जी ने हथ जोड़ के अर्ज की है सतगुरु अमरदास सच्चे पातशाह जी के चरणों के विच। कहंदे ने सच्चे पातशाह, असीं प्राणी विचारे किस जोगे हाँ, सारे गुणों के समूह सागर सच्चे पातशाह तुसीं हो। कहंदे ने थल को परखण हेत नकेत, मैं तुम्हें आगे कहाँ सुचेत। रामदास जी कहंदे ने सच्चे पातशाह, घर दे थां नूं परखण दे लई मैं अणजाण विचारा तुहाडे अगे की हां, भाव कि मैं की विचारांगा कि मेरे वास्ते किहड़ी जगह योग। अर्जी सिख रावर की मर्जी, मैं गुर जी एक सेवा गर्जी। रामदास जी ने आख्या सच्चे पातशाह, सिख दी ते अर्जी हुंदी है, सच्चे पातशाह तुहाडी मर्जी हुंदी है। सिख अर्ज कर सकदा है, तुसीं अपनी मर्जी दे मुताबिक कर सकदे हो। मैं गुर की सेवा एक गर्जी, मेरी ते गर्ज सच्चे पातशाह एक तुहाडी सेवा है, होर नहीं। जिम रजाए जिस थल को कहो, सकल रीत नीके जिस लहो। सच्चे पातशाह जिमें रजा करोगे, जिहड़ी जगह दा हुक्म करोगे, उसे रीत नूं जान के चंगा मैं उसे तरह करांगा जिस तरह तुसीं हुक्म करोगे। जहां बतावो करुणा तार, सेवक जाए करे तह कार। रामदास जी ने आख्या सच्चे पातशाह, जिथे कृपा नूं धारण करके जगह दसोगे, तुहाडा सेवक रामदास उसे जगह ते जाके कार सेवा करेगा। नहीं सुतंत्र कुछ मोते होए, सो सब करहों प्रेरो जोए। रामदास जी ने आख्या सच्चे पातशाह, सुतंत्र रूप दे विच अपने आप मैं कुछ भी नहीं कर सकता। सच्चे पातशाह जिवें तुसीं हुक्म करोगे, जिस तरह प्रेरणा लवोगे, मैं उसे तरह तुहाडे हुक्म नूं जरूर मनांगा। सुन श्री अमरदास करी करुणा, सर्व प्रसंग भले कर बरना। ग्रंथाकार भाई संतोख सिंह जी लिखते ने, फिर सतगुरु अमरदास सच्चे पातशाह जी ने कीती है करना, कीती है दया, ते सारा जिहड़ा प्रसंग सी ना वो चंगे तरीके दे नाल रामदास जी नूं समझाया। कहंदे ने ग्राम तुंग ते अह उरेरे, गिल वाली ते लखो परेरे। सतगुरु अमरदास सच्चे पातशाह जी कहंदे ने, हे रामदास, जिस पिंड दा नां है तुंग, उस तो उरले पासे, ते जेड़े पिंड दा नां है गिल्लां वाली, उस तो परले पासे। इतिहास दे विच तुंग पिंड दा जिक्र आया है, अगे जाके इसकी साखी भी आवेगी। बीबी रजनी जिहड़ी इतिहास दे विच होई है, जिन्ने कि उस जगह नूं बाद दे विच प्रगट भी कीता, वो तुंग पिंड दे विच मंगण दे वास्ते गई सी अपने पिंगले पति नूं
एक रुख दे थले छड्ड के, मैं उस पासे नहीं जाना, समा आउण ते वो साखी आ जाएगी। मेरा सिर्फ कहण तो भाव यह है कि वड्डियां निशानियां दसियां ने कि तुंग पिंड तो उरले पासे ते गिल्लां वाली जिहड़ा पिंड है उस तो परले पासे है सुल्तान पिंड जिस नामो, तिसते पश्चिम दिश अभिरामो। फिर सतगुरु अमरदास सच्चे पातशाह जी ने आख्या कि उत्थे लागे ही एक सुल्तान नां दा पिंड है, उस तो पश्चिम दे पासे सुंदर जगह, तहां जाए कर ग्राम बसावो, सुंदर अपने सदन बनावो। पिंडां दे नां लैके कि किहड़े पिंड तो किधरले पासे तो थां वसाउणा है वो आख्या है। तुंग पिंड तो उरले पासे, गिल्लां वाली पिंड तो परले पासे एक सुल्तान पिंड है ते सुल्तान पिंड तो पश्चिम दी दिशा दे वल उत्थे सुंदर अपना घर बना। जित कदर बला गए तिस थान, सो सब ले हो ब्रिद ते पान। नाल ही सतगुरु अमरदास सच्चे पातशाह जी ने हुक्म किया कि जिन्ने भी पैसे उत्थे खर्चे जान घर बनाउण दे वास्ते, वो सारे दे सारे पैसे बाबा बुढ़ा जी तो लै। जब सदन तह ले हो चिनाए, तिस ते पूरब दिश पुन जाए। फिर अगला हुक्म करते ने उस जगह ते जदों तू घर बनवा लेगा, फिर कहते ने कि उस जगह तो पूर्व दी दिशा दे वल तू चलिया जा। तहां बैठ तीरथ खनवावो, चारों दिश ते पालो बनावो। फिर उस जगह तो पूर्व दी दिशा दे वल एक तीर्थ नूं पुटना है, चारे पास्यों चंगे तरीके दे नाल उस नूं सुंदर बनाउणा है। बौर तुम्हारी संतत जेती, तिस को करे बनावण तेती। सतगुरु अमरदास सच्चे पातशाह जी आउण वाले समय दा पहला ही वखियाण करी जांदे ने कि फिर कहंदे ने कि तेरी अगली जिहड़ी संतान आउण वाली है, भाव के सतगुरु अर्जन देव सच्चे पातशाह, सतगुरु हरगोबिंद सच्चे पातशाह कहंदे ने जिहड़ी तेरी आउण वाली अगली संतान है ना, वो फिर इहदे विच होर भी ज्यादा सुधार करेगी। दिन प्रति पुर विशाल बन जै हैं, चौं दिश के नर आन बसै हैं। समा पा के गुरु जी कहते हैं कि ये फिर जिहड़ी जगह है वो वधदी जाएगी, वड्डी हो जाएगी, चार दिशावां दे विचों बहुते सारे लोग आण के उत्थे वस जाणगे। इम सगरी बेद कह समझाई, अपर सरब त्यारी करवाई। ये सारी जिहड़ी रीति सी ये चंगे तरीके दे नाल उस वेले सतगुरु अमरदास सच्चे पातशाह जी ने रामदास जी नूं समझा दिता। पारो की शुभ बड़वा जोए, खेत अरूड़न दीनी सोए। क्योंकि तुसीं इस कथा नूं पहलां सुन चुके हो, ये जिहड़ा इतिहास चल रहा है ये सतगुरु रामदास सच्चे पातशाह जी का इतिहास है। पर ग्रंथाकार भाई संतोख सिंह जी ये तीर्थ किस तरह प्रगट होया, ये अमृतसर किस तरह बनया, इस वास्ते जिहड़ा इतिहास लंघ चुका है उहदे विच दुबारा इन्होंने प्रवेश किया है। पारो जुलका जी की जिहड़ी घोड़ी सी वो सतगुरु रामदास सच्चे पातशाह जी नूं असवारी करन दे वास्ते सतगुरु अमरदास सच्चे पातशाह जी ने दिती। कहियो तुरंगन अचरज यही, अपर नहीं किम चढ़ बै देही। उस वेले सतगुरां ने यह भी वचन किया सी कि ये जिहड़ी घोड़ी है अचरज किस्म की है, ये घोड़ी अलौकिक है। सच्चे पातशाह जी ने आख्या सी इस घोड़ी की सिर्फ तू सवारी करनी है, होर कोई इसकी सवारी नहीं करेगा। हम कह तुम होवें सवारो, चढ़ियो प्रथम कह भाई पारो। सतगुरु अमरदास सच्चे पातशाह जी ने आख्या कि इस घोड़ी की 3 जाने सवारी कर सकते हैं। इस घोड़ी की सवारी की है पारो जुलका जी ने, या फिर इस घोड़ी की मैं सवारी कर सकता हाँ, तो या तू, तिन्ना तो बाद होर कोई इस घोड़ी की सवारी नहीं करेगा। नीके राखो सेव करावो, वृद्ध सुमत को संग मिलावो। सतगुरु अमरदास सच्चे पातशाह जी ने आख्या कि घोड़ी नूं संभाल के रखो, इहदी सेवा करो। इस तो इलावा बाबा बुढ़ा जी नूं नाल लैके जो मैं गल आखी है उस नूं नेपरे चाढ़ो। इम कह करे विसर्जन सोए, केतक संग करे सिख जोए।
इस तरह कह के बाबा बुढ़ा जी नूं और सतगुरु रामदास सच्चे पातशाह जी नूं विदा कीता है। होर भी बहुत सारे सिख नाल गए। साने साने तह चल कर आए, जो थल श्री गोरे अमर बताए। ग्रंथाकार भाई संतोख सिंह जी लिखते ने कि हौली हौली सारे दे सारे चल के उस जगह ते पहुंचे ने जिहड़ी जगह दसी सी सतगुरु अमरदास सच्चे पातशाह जी ने उस वेले। सब ग्रामण की सीमन छोर, फिर तह कार करी चहोर। सारियां पिंडां दियां सीमावां नूं भाव के सारियां दियां हद्दां नूं छड्ड के फिर उस जगह ते पहुंचे ने जिहड़ी जगह सही करके अमरदास जी ने दसी सी। फिर उत्थे जाके एक लीक कढ दित्ती। जिम जिम बुढ़ा ब्योंत बतावे, तिम श्री रामदास करवावे। जिवें जिवें बाबा बुढ़ा जी विਉਂਤ दसी जांदे ने उसे उसे तरीके दे नाल सतगुरु रामदास सच्चे पातशाह जी करी जांदे ने। प्रथम मंगायो बहु मिष्टान, गोरे आगे अरदास बखान। ग्रंथाकार भाई संतोख सिंह जी लिखते हैं कि सारियां तो पहला मिष्टान मंगाया गया, मठियाई मिठियां चीज़ां मंगाईयां गईयां ने। फिर कहते ने कि सारियां ने उत्थे हथ जोड़ के अरदास की। भीर सैकड़े लोकन होई, करियो बरतावन सब मैं सोई। इस गल नूं देखण दे वास्ते कहते ने कवि जी के बहुत सारे सैकड़े लोकां दी भीड़ उत्थे जमा हो गई सी। करियो बरतावन सब मैं सोई अरदासा करके जिहड़ा मिठा प्रसाद सी वो सारियां दे विच वरता दिता गया। गाड़ो मोड़ा गाड़ खरियो है, नाम गुरु को चक धरियो है। फिर उस जगह दे उत्ते कहंदे ने कि मोड़ी गढ़ दिती गई। मोड़ा गढ़ना भाव के एक निशान बनना। उस जगह दे उत्ते एक मोड़ा गढ़ के निशान बन दिता। फिर कवि जी लिखते ने कि उस जगह का नाम गुरु का चक धरिया गया। ईंटें के तक तहां पकाए, सदन चिनावन कीन बनाए। उस जगह ते निशानी ला के उस जगह का नाम गुरु का चक धर के फिर कहते ने कि इट्टां नूं पका के फिर उस जगह के उत्ते सदन दी घर दी चिनाई की गई। पुन श्री अमरदास जिम कहियो, सो सिमरत सर सिरजण चाहियो। ग्रंथाकार भाई संतोख सिंह जी लिखते हैं कि जदों घर भी बन गया, गुरु का चक पिंड भी बन गया, तो फिर कहते हैं कि सतगुरु अमरदास सच्चे पातशाह जी ने जिहड़ा वचन कीता सी एक होर उस नूं याद कीता है, जिहड़ा सतगुरां ने आख्या सी कि एक सरोवर भी बनाउणा। ले बृध संग आप चल गए, पूरब दिशा ग्राम ते आए। फिर बाबा बुढ़ा जी नूं नाल लैके सतगुरु रामदास सच्चे पातशाह जी चले ने। जिहड़ा गुरु का चक उन्हां ने पिंड वसाया सी उस तो पूर्व दी दिशा दे वल चले गए। एते उत विचरत थल को हेरे, श्री गोरे अमर बाक के प्रेरे। ग्रंथाकार भाई संतोख सिंह जी लिखते ने कि सतगुरु अमरदास सच्चे पातशाह जी दे बचनां दे प्रेरे होए बाबा बुढ़ा जी ते सतगुरु रामदास सच्चे पातशाह जी उस जगह नूं सही सिद्ध कर रहे ने कि कित्थे सतगुरां ने आख्या है कि सरोवर बनाओ। जिस प्रकार के पते बताए, खोजत फिरत सरब ही थाए। जिस तरह दे पते जिस तरह दीयां निशानियां सतगुरां ने दसियां सन उन्हां निशानियां नूं लभण दा यतन कर रहे ने और इधर उधर फिर रहे ने। पौने उत्तर दिश मुख कर चले, बदरी आद बृंद तर खले। फिर कहते ने कि उस जगह तो उत्तर दी दिशा दे वल मूँह करके चले ने। बदरी आद बृंद तर खले उस जगह दे उत्ते कहते ने बहुत सारे रुखां दा एक झुंड सी जिहदे विच बेरी भी सी। सने सने थल देखत जावैं, अभिलाखत सो पते जे पावैं।
ਹੌਲੀ ਹੌਲੀ ਜਗ੍ਹਾ ਨੂੰ ਲੱਭਦੇ ਲੱਭਦੇ ਅੱਗੇ ਅੱਗੇ ਤੁਰੀ ਜਾਂਦੇ ਨੇ। ਅਭਿਲਾਸ਼ਾ ਕਰਦੇ ਨੇ, ਲਾਲਸਾ ਕਰਦੇ ਨੇ ਕਿ ਜੋ ਪਤਾ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਹੈ ਸਹੀ ਉਹੀ ਮਿਲ ਜਾਵੇ। ਬ੍ਰਿਛ ਸਿੰਸ ਪਾ ਜਾਬੇ ਨਿਹਾਰਾ, ਲਖਿਓ ਪਤਾ ਜੋ ਗੁਰੂ ਉਚਾਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਆਖਰਕਾਰ ਚਲਦਿਆਂ ਚਲਦਿਆਂ ਉਸ ਜਗ੍ਹਾ ਤੇ ਪਹੁੰਚ ਗਏ ਨੇ ਜਿੱਥੇ ਮਾਨੋ ਇੱਕ ਟਾਹਲੀ ਹੈ। ਉਹ ਪਤਾ ਜਿਹੜਾ ਸੀ ਨਾ ਉਹ ਗੁਰੂ ਜੀ ਦੇ ਬਚਨਾਂ ਦੇ ਅਨੁਸਾਰ ਮੇਲ ਖਾਂਦਾ ਸੀ। ਤਿਸ ਕੇ ਤਰੇ ਬਿਰਾਜੇ ਜਾਏ, ਤਿਸ ਆਗੇ ਸਰ ਕੋ ਪਿਖ ਥਾਏ। ਉਸ ਟਾਹਲੀ ਦੇ ਥੱਲੇ ਬਾਬਾ ਬੁੱਢਾ ਜੀ ਤੇ ਰਾਮਦਾਸ ਜੀ ਬੈਠ ਗਏ ਨੇ ਤੇ ਉਸ ਦੇ ਅੱਗੇ ਉਹਨਾਂ ਨੇ ਜਾਣਿਆ ਕਿ ਇੱਥੇ ਸਰੋਵਰ ਬਣਨਾ ਚਾਹੀਦਾ। ਬ੍ਰਿਧ ਕੇ ਸੰਮਤ ਹੋਏ ਥਲ ਜੋਵਾ, ਪਾਵਨ ਪਰਮ ਪ੍ਰਿਥਕ ਹੋਵਾ। ਬਾਬਾ ਬੁੱਢਾ ਜੀ ਦੀ ਸਹਿਮਤੀ ਦੇ ਨਾਲ, ਉਹਨਾਂ ਦੇ ਮਸ਼ਵਰੇ ਦੇ ਨਾਲ ਉਸ ਜਗ੍ਹਾ ਨੂੰ ਲੱਭਿਆ ਗਿਆ। ਕਲਪਤ ਕਰੇ ਤਹਾਂ ਚਹੁ ਕੋਨਾ, ਬ੍ਰਿਧ ਕੇ ਦਿਖਰਾਏ ਸਥਲ ਥਾਉਣਾ। ਬਾਬਾ ਬੁੱਢਾ ਜੀ ਨੇ ਉਹ ਜਗ੍ਹਾ ਦੱਸੀ ਤੇ ਫਿਰ ਆਪਣੀ ਕਲਪਨਾ ਦੇ ਨਾਲ, ਆਪਣੀ ਸੋਚ ਦੇ ਨਾਲ ਉਹਨਾਂ ਨੇ ਚਾਰ ਚੁਫੇਰਾ ਉਹ ਦੇਖੇ। ਤਿਸ ਦਿਨ ਨਿਸਚੈ ਕਰ ਬੇਦਨੀ ਕੇ, ਪਰਖੇ ਪਤੇ ਕਹੇ ਗੁਰ ਹੀ ਕੇ। ਉਸ ਦਿਨ ਇਹ ਜਿਹੜੇ ਸਾਰੇ ਪਤੇ ਸੀ ਇਹ ਲੱਭੇ ਗਏ, ਨਿਸ਼ਚਾ ਕੀਤਾ ਗਿਆ ਚੰਗੇ ਤਰੀਕੇ ਦੇ ਨਾਲ। ਪਰਖੇ ਪਤੇ ਕਉ ਗੁਰੂ ਹੀ ਕੇ, ਗੁਰੂ ਦੇ ਹਿਰਦੇ ਦੇ ਜਿਹੜੇ ਪਤੇ ਦੱਸੇ ਹੋਏ ਸਨ ਉਹਨਾਂ ਦੀ ਦੋਵਾਂ ਨੇ ਜਾ ਕੇ ਪਰਖ ਕੀਤੀ। ਹੁਣ ਕਿਸ ਤਰੀਕੇ ਦੇ ਨਾਲ ਉੱਥੇ ਸਰੋਵਰ ਬਣੇਗਾ ਉਹ ਕੱਲ ਦੀ ਕਥਾ ਦੇ ਵਿੱਚ ਮੈਂ ਅਰਜ਼ ਕਰਾਂਗਾ, ਕਿਉਂਕਿ ਸਮੇਂ ਦੀ ਸਮਾਪਤੀ ਹੋ ਚੁੱਕੀ ਹੈ। ਜਿਸ ਤਰ੍ਹਾਂ ਕਵੀ ਜੀ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। हे अच्युत हे पार ब्रह्म अविनाशी अगनास, हे पूरन हे सर्ब मैं दुख पंजन गुणतास। हे संगी हे निरंकार, हे निर्गुण सब टेक। हे गोबिंद हे गुण निधान, जाकै सदा विवेक। हे अपरंपर हर हरे, है पी होवनहार। हे संताह कै सदा संग, ने धारा आधार। हे ठाकुर हो दास रो, मैं निर्गुण गुण नहीं कोय। नानक दीजा नाम दान, राखो हिय परोय। याही कुल ते प्रगट होय, ताही कुल को नाम। पुन द्वादश गुरिंड को मेरी है प्रणाम।